श्री वाहिगुरु साहिब जी। सतनाम श्री वाहिगुरु साहिब जी। दंडात बंदन अंकबाग, सर्व कला समरथ डोलन ते रखो प्रभु, नानक ते कर हथ। बाणी बिरलो विचारसी, जेको गुरमुख होए। ए बाणी महापुरख की, निज कर वासा होए। ए बाणी महापुरख की, निज कर वासा होए। सतनाम श्री वाहिगुरु साहिब जी। सतनाम श्री वाहिगुरु साहिब जी। राग आसा महला चौथा, सो पुरख एक ओंकार, सतगुर प्रसाद। सो पुरख निरंजन, हर पुरख निरंजन, हर अगम अगम अपारा। सब तिहावै सब तिहावै तुद जी, हर सच्चे सिरजन हारा। सो पुरख निरंजन, हर पुरख निरंजन, हर अगम अगम अपारा। सब तिहावै तुद जी, हर सच्चे सिरजन हारा। सब जी तुम्हारे जी, तू जियां का दातारा। हर तिहावो संतो जी, सब दुख विसारन हारा। हर आपे ठाकर हर आपे सेवक जी, के नानक जंत विचारा। तू कट कट अंतर, शब्द सर्ब निरंतर। जी हर एको पुरख समाना, एक दाते एक भिखारी जी। सब तेरे चोज विडाना। तू आपे दाता आपे भुगता जी, हाँ तुद बिन अवर न जाना। तू पार ब्रह्म बेअंत बेअंत जी, तेरे क्या गुण आख बखाना। जो सेवै तुद जी, जन नानक तिन कुर्बाना। हर तिहावै तुद जी, से जन जुग में सुख वासी। से मुक्त भय,
ਜਿਨ ਹਰ ਧਿਆਇਆ ਜੀ ਤਿਨ ਟੂਟੀ ਚਮਕੀ ਫਸੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਇਨ ਤੁਧ ਜੀ ਹਰ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਸ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਕੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਨੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਨੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਸੋਦਰ ਰਹਿਰਾਸ ਜੋ ਕਿ ਗੁਰਸਿੱਖਾਂ ਦੇ ਨਿਤਨੇਮ ਦੀ ਸ਼ਾਮ ਦੀ ਬਾਣੀ ਹੈ, ਉਸ ਵਿੱਚੋਂ 6ਵੇਂ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਇਹ ਸ਼ਬਦ ਆਸਾ ਰਾਗ ਵਿੱਚੋਂ ਚੁਣ ਕੇ ਪੰਚਮ ਪਾਤਸ਼ਾਹ ਜੀ ਨੇ ਸੋਦਰ ਦੀ ਇਸ ਬਾਣੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਾ 10 ਤੇ ਅੰਕਿਤ ਕੀਤਾ ਹੈ। ਇਸ ਤਰ੍ਹਾਂ ਇਹ ਸ਼ਬਦ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ 2 ਥਾਵਾਂ ਤੇ ਅੰਕਿਤ ਹੋਇਆ ਹੈ। ਇਸ ਸ਼ਬਦ ਦੀ ਰਚਨਾ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤੀ ਹੈ। ਜਿਸ ਤਰ੍ਹਾਂ ਸੋਦਰ ਦੇ ਪਹਿਲੇ ਸ਼ਬਦ ਵਿੱਚ ਉਸ ਪ੍ਰਭੂ ਦੇ ਦਰ ਦੀ ਅਸਥਾਨ ਦੀ ਵਡਿਆਈ ਕੀਤੀ ਗਈ ਹੈ ਅਤੇ ਉਸ ਦੀਆਂ ਜੋ ਅਨੇਕਾਂ ਹੀ ਵਡਿਆਈਆਂ ਹਨ ਉਹਨਾਂ ਦਾ ਵਰਣਨ ਕੀਤਾ ਗਿਆ ਹੈ।
ਉਸੇ ਤਰ੍ਹਾਂ ਇਸ ਸ਼ਬਦ ਵਿੱਚ ਸੋ ਪੁਰਖ ਸੁਰਲੇਖ ਦੇ ਕੇ ਉਸ ਅਕਾਲ ਪੁਰਖ ਨੂੰ ਜੋ ਇੱਕੋ ਇੱਕ ਪੁਰਖ ਹੈ ਉਹਦੀਆਂ ਵਡਿਆਈਆਂ ਬਿਆਨ ਕੀਤੀਆਂ ਗਈਆਂ। ਸਾਡੇ ਪ੍ਰਾਚੀਨ ਫਲਸਫੇ ਦੇ ਵਿੱਚ ਪੁਰਸ਼ ਅਤੇ ਪ੍ਰਕਿਰਤੀ ਦਾ ਸਿਧਾਂਤ ਬੜਾ ਪ੍ਰਚਲਿਤ ਰਿਹਾ ਹੈ। ਪੁਰਸ਼ ਇੱਕੋ ਹੈ ਅਤੇ ਪ੍ਰਕਿਰਤੀ ਉਸ ਦੀ ਸ਼ਕਤੀ ਹੈ, ਪ੍ਰਕਿਰਤੀ ਉਸ ਦੀ ਮਾਇਆ ਹੈ, ਪ੍ਰਕਿਰਤੀ ਜੋ ਕੁਝ ਉਸਨੇ ਬਣਾਇਆ ਹੈ। ਇਸ ਕਰਕੇ ਕਈ ਵਾਰੀ ਪ੍ਰਕਿਰਤੀ ਨੂੰ ਇਸਤਰੀ ਰੂਪ ਦੇ ਵਿੱਚ ਅਤੇ ਉਸ ਪ੍ਰਭੂ ਨੂੰ ਪੁਰਖ ਦੇ ਰੂਪ ਦੇ ਵਿੱਚ ਵੀ ਅੰਕਿਤ ਕੀਤਾ ਗਿਆ ਹੈ। ਰਿਗਵੇਦ ਵਿੱਚ ਇਸ ਦੀ ਬੜੀ ਚਰਚਾ ਹੈ। ਹੋਰ ਵੀ ਫਲਸਫੇ ਦੇ ਜੋ ਗ੍ਰੰਥ ਹਨ ਉਹਨਾਂ ਵਿੱਚ ਪੁਰਸ਼ ਤੇ ਪ੍ਰਕਿਰਤੀ ਦੀ ਬੜੀ ਵਿਆਖਿਆ ਕੀਤੀ ਗਈ ਹੈ। ਸਤਿਗੁਰੂ ਜੀ ਇਸ ਸ਼ਬਦ ਵਿੱਚ ਆਪਣੇ ਢੰਗ ਨਾਲ ਸੋ ਪੁਰਖ ਕਹਿ ਕੇ ਉਹ ਅਕਾਲ ਪੁਰਖ, ਉਹ ਪ੍ਰਭੂ ਜਿਸ ਨੂੰ ਉਹਨਾਂ ਨੇ ਜਪਜੀ ਦੇ ਆਰੰਭ ਵਿੱਚ ਕਰਤਾ ਪੁਰਖ ਆਖਿਆ ਹੈ, ਸਾਰੇ ਸੰਸਾਰ ਨੂੰ ਬਣਾਉਣ ਵਾਲੀ ਜੋ ਮਹਾਨ ਸ਼ਕਤੀ ਹੈ ਤੇ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ, ਉਸ ਕਰਤਾ ਪੁਰਖ ਦੀ, ਉਸ ਪੁਰਖ ਦੀ, ਉਸ ਪ੍ਰਭੂ ਦੀ ਵਿਆਖਿਆ ਇਸੇ ਸ਼ਬਦ ਵਿੱਚ ਚੌਥੇ ਪਾਤਸ਼ਾਹ ਜੀ ਕਰ ਰਹੇ ਹਨ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਉਹ ਪ੍ਰਭੂ ਇੱਕ ਹੈ, ਸਤਿਗੁਰ ਸੱਚੇ ਗੁਰੂ ਦੇ ਪ੍ਰਸਾਦ, ਪ੍ਰਸਾਦ ਮਾਨੀ ਕਿਰਪਾ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਫਰਮਾ ਰਹੇ ਹਨ ਕਿ ਸੋ ਪੁਰਖ ਉਹ ਪ੍ਰਭੂ ਕਿਸ ਤਰ੍ਹਾਂ ਦਾ ਹੈ। ਸੋ ਪੁਰਖ ਨਿਰੰਜਨ, ਉਹ ਪੁਰਖ ਨਿਰੰਜਨ ਹੈ। ਨਿਰੰਜਨ ਜੋ ਮਾਇਆ ਤੋਂ ਅਲੇਪ ਹੈ, ਜਿਹਦੇ ਤੇ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ। ਹਰ ਪੁਰਖ ਨਿਰੰਜਨ, ਫਿਰ ਦੁਹਰਾ ਕੇ ਕਹਿ ਰਹੇ ਹਨ ਕਿ ਉਹ ਹਰੀ ਪ੍ਰਭੂ ਪੁਰਖ ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ। ਹਰ ਅਗਮ ਅਗਮ ਅਪਾਰਾ, ਉਹ ਅਗਮ ਅਗਮ ਹੈ। ਗਮ ਮੈਨੇ ਪਹੁੰਚਣਾ, ਅਗਮ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਅਗਮ ਅਗਮ ਹੈ, ਉਹਦੇ ਤੱਕ ਪਹੁੰਚਣਾ ਸੰਭਵ ਨਹੀਂ ਹੈ। ਅਪਾਰਾ, ਉਹਦਾ ਕੋਈ ਪਾਰਾਵਾਰ ਨਹੀਂ, ਉਹਦਾ ਕੋਈ ਹਿਸਾਬ ਨਹੀਂ ਲਾ ਸਕਦਾ। ਕਿੰਨਾ ਕੁ ਵੱਡਾ ਹੈ, ਕਿੱਥੋਂ ਤੱਕ ਉਹ ਫੈਲਿਆ ਹੋਇਆ। ਸਭ ਤਿਹਾਵੈ ਸਭ ਤਿਹਾਵੈ ਤੁਧ ਜੀ। ਹੈ ਇਤਨੀ ਮਹਾਨ ਸ਼ਕਤੀ ਵਾਲੇ ਪ੍ਰਭੂ ਜੀ, ਪੁਰਖ ਜੀ, ਅਕਾਲ ਪੁਰਖ ਜੀ ਸਾਰੇ ਤੁਹਾਨੂੰ ਧਿਆਉਂਦੇ ਨੇ, ਤੁਹਾਡਾ ਸਿਮਰਨ ਕਰਦੇ ਨੇ। ਹਰ ਸੱਚੇ ਸਿਰਜਣਹਾਰਾ, ਇਹ ਸੱਚੇ ਸਿਰਜਣਹਾਰ, ਇਸ ਸੰਸਾਰ ਨੂੰ ਰਚਣ ਵਾਲੇ, ਤੈਨੂੰ ਸਾਰੇ ਧਿਆ ਰਹੇ ਨੇ, ਤੈਨੂੰ ਯਾਦ ਕਰ ਰਹੇ ਨੇ। ਸਭ ਜੀ ਤੁਮਾਰੇ ਜੀ, हे ਅਕਾਲ ਪੁਰਖ, हे ਵਾਹਿਗੁਰੂ, ਸਾਰੇ ਜੀ ਤੁਹਾਡੇ ਹਨ। ਜੋ ਵੀ ਸੰਸਾਰ ਦੇ ਬਣਿਆ ਹੈ ਉਹ ਤੁਹਾਡਾ ਹੈ, ਤੁਸੀਂ ਉਤਪੰਨ ਕੀਤਾ ਹੈ। ਤੂੰ ਜੀਆਂ ਕਾ ਦਾਤਾਰਾ, ਤੂੰ ਕੇਵਲ ਪੈਦਾ ਹੀ ਨਹੀਂ ਕੀਤਾ, ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਵੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਜੀਆਂ ਕਾ ਦਾਤਾਰਾ। ਹਰ ਤਿਹਾਵੋ ਸੰਤੋ ਜੀ,
सिमरन करने वाले संत पुरुषों, हे नाम जपण वाले जीवो, सतगुरु जी कहते हैं हर ते हावो उहदा सिमरन करो, हरि का सिमरन करो, उन्हें याद करो। सब दुख विसारन हारा, तुहाडे सारे ही दुख खत्म कर देगा। दुखों का खात्मा करने वाला वो पुरख है, वो प्रभु है। हर आपे ठाकर, हर आपे सेवक जी। महाराज जी कहते हैं कि उस प्रभु की विचित्र लीला है, बेअंत लीला है। वो आपे ही ठाकर है, आप ही मालिक है, आप ही सेवक भी है। भाव सारी कायनात, सारे जीव ओदे ही हैं, उस सारियां दे विच विचरदा है। क्या नानक जंत विचारा, मैं नानक विचारा ना चीज जंत जीव। मैं ओदे गुण की बयान करा, वो बेअंत है, वो अनंत है, ओदी व्याख्या शब्दों में हो नहीं सकती। हे प्रभु, हे अकाल पुरख, हे पुरख, तू कट कट अंतर सर्व निरंतर जी। तू कट कट दे विच वसिया होया है। संस्कृत दे विच श्लोक आउंदा है, पुरी शेते इति पुरुषा। पुरुष वो है जो हर शरीर दे विच वसिया होया है। तू कट कट अंतर, तू हर शरीर के अंदर तू है। सर्व निरंतर, सब दे विच लगातार तू ही वसिया होया। हर एको पुरख समाना, वो इको पुरख ही है जो हर जीव दे विच, हर शरीर दे विच समाया होया है। एक दाते एक भिखारी जी। सानू संसारिक जीवन इस तरह लगता है कि इस संसार विच कुछ अमीर हैं, कुछ गरीब हैं, कुछ दाते बने हुए हैं, कुछ भिखारी बने हुए हैं। महाराज जी कहते हैं कि भाई असी इस चीज़ को समझ नहीं सकते, एक खेड़ है। सब तेरे चोज वडाणा, हे प्रभु ये तेरियां आश्चर्य खेड़ा हैं। भिखारियां विच भी तेरा निवास है, जो दाते बने हुए हैं उन्होंने विच भी तेरा निवास है। हर थां ते तू ही विचरे है। तू आपे दाता आपे भुगता जी। हे प्रभु तू दाता देने वाला भी है ते दाता नू मानने वाला भी है, भुगता भोगने वाला। सारे पदार्थ देने वाला भी तू है, पदार्थां छकने वाला भी तू है। हाँ तुद बिन अवर न जाना, हाँ मैनू तो तेरे बिना होर किसे नाल कोई वास्ता ही नहीं, मैं किसी को कुछ नहीं समझदा। मेरे लिए सिर्फ तू है और कुछ भी नहीं। तू पार ब्रह्म बेअंत बेअंत जी। हे प्रभु, हे पार ब्रह्म, तू बेअंत है, तू बेअंत है। तेरे क्या गुण आहो वखाणा। मैं तेरे गुण इस जीवन नाल किवें बख्यान करां, किवें दसां। मैं इन्हां दा वर्णन कर नहीं सकता। तेरे विच इन्ने गुण, तेरे कवन कवन गुण कह कह गावां। तू साहिब गुणी निधाना, तू गुणों का खजाना है, मैं तेरे गुण कितों बयान करूं। तू पार ब्रह्म बेअंत बेअंत जी। तेरे क्या गुण आह वखाणा। जो सेवै तुद जी। जन नानक तिन कुर्बाना। सतगुरु जी कहते हैं कि मैं नानक उन्हां तो बलिहार चलता हाँ, सदके हुंदा हाँ। हे प्रभु जेड़े तेरे गुण गाउंदे ने, जो तेरी सेवा करते हैं। जो सेवै तुद जी।
ਜਨ ਨਾਨਕ ਤਿਨ ਕੁਰਬਾਨਾ। ਹੋਰ ਦੱਸ ਰਹੇ ਹਨ, ਹਰ ਤੇ ਹਾਵੈ ਤੁਧ ਜੀ। ਇਹ ਹਰੀ, ਇਹ ਅਕਾਲ ਪੁਰਖ ਜੋ ਤੈਨੂੰ ਧਿਆਉਂਦੇ ਨੇ, ਜਿਹੜੇ ਤੇਰਾ ਸਿਮਰਨ ਕਰਦੇ ਨੇ। ਹਰ ਤੇ ਹਾਵੈ ਤੁਧ ਜੀ। ਸੇ ਜਨ ਜੁਗ ਮੈਂ ਸੁਖ ਵਾਸੀ। ਉਹ ਹਰ ਯੁੱਗ ਵਿੱਚ, ਹਰ ਸਮੇਂ ਵਿੱਚ ਸੁਖ ਪ੍ਰਾਪਤ ਕਰਦੇ ਨੇ, ਸੁਖੀ ਹੁੰਦੇ ਨੇ। ਤੇਰੇ ਸਿਮਰਨ ਤੋਂ ਸੁਖ ਮਿਲਦਾ ਹੈ। ਸੇ ਮੁਕਤ ਪਏ ਜਿਨ ਹਰ ਧਿਆਇਆ ਜੀ। ਜਿਹੜੇ ਤੇਰਾ ਸਿਮਰਨ ਕਰਦੇ ਨੇ, ਤੈਨੂੰ ਧਿਆਉਂਦੇ ਨੇ, ਉਹ ਮੁਕਤ ਹੋ ਗਏ। ਉਹਨਾਂ ਆਵਾਗਮਨ ਦੇ ਚੱਕਰ ਤੋਂ ਆਜ਼ਾਦ ਹੋ ਗਏ। ਉਹਨਾਂ ਦਾ ਜਨਮ ਮਰਨ ਖਤਮ ਹੋ ਗਿਆ। ਸੇ ਮੁਕਤ ਪੈ ਜਿਨ ਹਰ ਧਿਆਇਆ ਜੀ। ਤਿਨ ਟੂਟੀ ਜਮ ਕੀ ਫਾਸੀ। ਉਹਨਾਂ ਦਾ ਮੌਤ ਦਾ ਫੰਦਾ, ਫਾਂਸੀ ਟੁੱਟ ਗਈ, ਖਤਮ ਹੋ ਗਈ, ਕਿਉਂਕਿ ਉਹ ਕਾਲ ਦੇ ਚੱਕਰ ਤੋਂ ਮੁਕਤ ਹੋ ਕੇ ਤੇਰੇ ਚਰਨਾਂ ਨਾਲ ਜੁੜ ਗਏ ਹਨ। ਤੇਰੇ ਸਿਮਰਨ ਦੀ ਬੜੀ ਵੱਡੀ ਬਰਕਤ ਹੈ, ਜੋ ਆਵਾਗਮਨ ਤੋਂ ਆਜ਼ਾਦ ਕਰ ਦਿੰਦੀ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਉਹ ਪ੍ਰਭੂ ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਉਸ ਨਿਰਭਉ ਨੂੰ, ਉਸ ਫੀਅਰਲੈਸ ਨੂੰ, ਉਸ ਡਰ ਰਹਿਤ ਪ੍ਰਭੂ ਨੂੰ ਧਿਆਉਂਦੇ ਨੇ, ਉਹਨਾਂ ਦੇ ਆਪਣੇ ਡਰ ਵੀ ਖਤਮ ਹੋ ਜਾਂਦੇ ਨੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗੁਆਸੀ। ਜਿਹੜੇ ਉਸ ਨਿਰਭਉ ਵਾਹਿਗੁਰੂ ਨੂੰ ਧਿਆਉਣਗੇ, ਉਹਨਾਂ ਦਾ ਭਉ, ਉਹਨਾਂ ਦਾ ਡਰ ਉਹ ਆਪ ਹੀ ਗਵਾਏਗਾ, ਖਤਮ ਕਰ ਦੇਗਾ। ਉਹ ਉਹਦਾ ਰੂਪ ਹੋ ਜਾਣਗੇ, ਕਿਉਂਕਿ ਸਿਮਰਨ ਕਰਨ ਵਾਲਿਆਂ ਨੂੰ ਕੋਈ ਭਉ ਨਹੀਂ ਰਹਿੰਦਾ। ਉਹ ਨਿਰਭਉ ਨੂੰ ਧਿਆਉਂਦੇ ਨੇ, ਇਸ ਕਰਕੇ ਉਹਨਾਂ ਦਾ ਭਉ ਖਤਮ ਹੋ ਜਾਂਦਾ ਹੈ। ਜਿਨ ਸੇਵਿਆ ਮੇਰਾ ਹਰ ਜੀ। ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਸੇਵਾ ਕਰਦਾ ਹੈ, ਉਸ ਮੇਰੇ ਵਾਹਿਗੁਰੂ ਦੀ, ਉਹਦੀ ਹਰੀ ਦੀ, ਅਕਾਲ ਪੁਰਖ ਦੀ। ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਰੂਪ ਸਮਾਸੀ। ਉਹ ਉਸ ਵਾਹਿਗੁਰੂ ਦੇ ਰੂਪ ਦੇ ਵਿੱਚ ਹੀ ਸਮਾ ਜਾਣਗੇ, ਉਹਦਾ ਹੀ ਹਿੱਸਾ ਬਣ ਜਾਣਗੇ, ਉਹਦੇ ਨਾਲ ਹਮੇਸ਼ਾ ਵਾਸਤੇ ਜੁੜ ਜਾਣਗੇ। ਸੇ ਧਨ ਜਿਨ ਹਰ ਧਿਆਇਆ ਜੀ। ਮਹਾਰਾਜ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਪ੍ਰਭੂ ਨੂੰ ਯਾਦ ਕੀਤਾ ਹੈ, ਜਿਨ੍ਹਾਂ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਪ ਜੀ ਵਿੱਚ ਫਰਮਾਨ ਹਨ। ਸਤਿਗੁਰੂ ਜੀ ਕਹਿ ਰਹੇ ਹਨ, ਸੇ ਧਨ ਜਿਨ ਹਰ ਧਿਆਇਆ ਜੀ। ਉਹ ਧਨ ਹਨ ਜਿਨ੍ਹਾਂ ਨੇ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਅਕਾਲ ਪੁਰਖ ਦਾ ਸਿਮਰਨ ਕੀਤਾ। ਜਨ ਨਾਨਕ ਤਿਨ ਬਲ ਜਾਸੀ। ਮੈਂ ਪ੍ਰਭੂ ਦਾ ਸੇਵਕ ਨਾਨਕ ਉਹਨਾਂ ਤੋਂ ਬਲਿਹਾਰ ਚਾਹੁੰਦਾ ਹਾਂ, ਜਿਹੜੇ ਸਿਮਰਨ ਕਰਦੇ ਨੇ। ਮੈਂ ਸਿਮਰਨ ਵਾਲਿਆਂ ਤੋਂ ਸਦਕੇ। ਤੇਰੀ ਭਗਤ ਪੰਡਾਰ ਜੀ। ਹੇ ਅਕਾਲ ਪੁਰਖ, ਹੇ ਪ੍ਰਭੂ, ਤੇਰੀ ਭਗਤੀ ਦੇ ਭੰਡਾਰੇ ਭਰੇ ਹੋਏ ਹਨ, ਅਨੰਤ ਹਨ, ਇਹਨਾਂ ਵਿੱਚ ਕਦੀ ਕਮੀ ਨਹੀਂ ਆਉਂਦੀ। ਬੜੇ ਬੇਅੰਤਾ, ਬੇਅੰਤ ਹਨ, ਲਿਮਿਟਲੈਸ ਹਨ। ਇਹਨਾਂ ਨੂੰ ਲਿਮਿਟ ਦੇ ਵਿੱਚ, ਸੀਮਾ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ। ਤੇਰੇ ਭਗਤ ਸਲਾਹਣ ਤੁਧ ਜੀ। ਜਿਹੜੇ ਤੇਰੇ ਭਗਤ ਹਨ, ਉਹ ਤੇਰੀ ਸਿਫਤ ਸਲਾਹ ਕਰਦੇ ਨੇ, ਹਰ ਵੇਲੇ ਤੇਰੀ ਸਿਫਤ ਸਲਾਹ ਵਿੱਚ ਰਹਿੰਦੇ ਨੇ। ਹਰ ਅਨਕ ਅਨੇਕ ਅਨੰਤਾ। ਇਹੋ ਜਿਹੇ ਭਗਤ ਕਿੰਨੇ ਹਨ।
महाराज जी कहते ने अनेकां ही हैं, बेअंत हैं, उन्हां दा कोई अंत नहीं, अनंत हैं, कोई हिसाब नहीं लग सकता। तेरी अनक करे हर पूजा जी, हे अकाल पुरख अनेकां ही तेरी पूजा विच लगे हुए। तप तापै जपै बेअंता, बेअंत ढंगां दे नाल वड्डी गिनती दे विच ਉਹ तेरे नाम के उत्ते तपस्या कर रहे हैं, होर कारनावां कर रहे हैं, अनेक प्रकार के कर्म कर रहे हैं, तैनूं याद कर रहे हैं, तेरे नाल जुड़न की कोशिश कर रहे हैं। तेरे अनेक पढ़े बहुत सिमरत सास्त जी, अनेकां ही तैनूं याद करने वाले धर्म ग्रंथां दा पाठ करते हैं, सिमरतियां दा पाठ करते हैं, जो प्राचीन भारतीय फलसफे के ग्रंथ हैं, सिमरतियां का पाठ करते हैं, शास्त्रां का पाठ करते हैं। 6 शास्त्र हैं, 27 सिमरतियां हैं। कर क्रिया खट कर्म करंता, इस तरह कई प्रकार का कर्म करके वो खट कर्म करते हैं। मनु सिमरती अनुसार खट कर्म वो 6 कर्म हैं ਜਿਹੜੇ ब्राह्मण ਲਈ ਜ਼ਰੂਰੀ ਮੰਨੇ ਗਏ ਨੇ। विद्या पढ़नी, विद्या पढ़ाउणी, जग करना, जग कराउणा, दान देना ਅਤੇ दान ਲੈਣਾ, ਇਹ 6 कर्म ਇਹਨਾਂ ਨੂੰ ਖਟ ਕਰਮ ਕਿਹਾ ਹੈ। ਸਤਿਗੁਰੂ ਜੀ ਦੱਸ ਰਹੇ ਨੇ ਕਈ ਖਟ ਕਰਮ ਕਰਦੇ ਹਨ, 6 कर्म ਕਰਦੇ ਹਨ। ਸੇ ਭਗਤ ਭਲੇ ਜਨ ਨਾਨਕ ਜੀ, ਅਨੇਕ प्रकार भगती करते हैं, अनेक प्रकार ਤੈਨੂੰ ਧਿਆਉਂਦੇ ਨੇ। पर महाराज जी कहते हैं कि मैं नानक ये समझता हाँ कि चंगे भगत वही ने जो मेरे उस प्रभु नूं अकाल पुरख नूं चंगे लगते हैं, जो भाव है जो चंगे लगते हैं। मेरे हर भगवंता, जो हरि प्रभु नूं चंगे लगते हैं वो ही चंगे हैं। अनेक प्रकार के कर्म लोग करी जा रहे हैं। शब्द के आखिरी बंद विच सतगुरु जी उस प्रभु की वडियाई करते हैं। हे अकाल पुरख तू आद पुरख अपरंपर करता जी, हे अकाल पुरख तू आद पुरख, प्रथम पहला पुरख तू है, तेरे तो सारी उत्पत्ति है। अपरंपर जिसका कोई पार ना हो, जिन्होंने कोई समझ ना सकता हो। तू आद पुरख अपरंपर करता जी, तू करता पुरख है, संसार को बनाने वाला है। तो जेवड़ और न कोई, तेरे जिड्डा वड्डा हो कोई नहीं, तेरे वर्गा तू ही है और तेरे मुकाबले की कोई शक्ति नहीं। तू जुग जुग एक को सदा सदा, हर युग विच आद सच जुगाद सच, हर युग दे विच हमेशा ही तेरी इको एक शक्ति है। तू ही सब तो ऊपर है, तेरे मुकाबले ते और कोई नहीं। तू निचल करता सोई, तू निश्चल है, सदा रहने वाला है। तू स्थाई शक्ति है, तू करता है, तेरे बिना हो कोई करता नहीं हो सकता, शक्ति वाला हो नहीं सकता। तो दे आपे पावै सोई वर्त जी, हे प्रभु हे अकाल पुरख जो तुहानू चंगा लगता है वही वर्तारा इस संसार में वरता है हुंदा है। तू आपे करे सो होई, जो तुसी आप करते हो वही इस संसार में हुंदा है। तो दे आपे सृष्ट सब उपाई जी, हे अकाल पुरख हे प्रभु तुसी ये सारी सृष्टि आप पैदा की, तुसी उत्पत्ति का कारण, तुहाडे तो ही सब कुछ बनिया। तुद आपे सिरज सब गोई, अते इस सृष्टि नूं गोई खत्म करन दा अधिकार भी तुहाडे कोल ही है। जदों दिल करे इसनूं पैदा करते हो, जदों दिल करते हो इसनूं मुड़ के खत्म भी कर देते हो। इस संसार नूं साजण वाले भी तुसी हो, इसनूं खत्म करने वाले भी तुसी हो।
ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ। ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਸੇਵਕ ਨਾਨਕ ਉਸ ਪੁਰਖ ਦਾ, ਸੋ ਪੁਰਖ ਜਿਸ ਨੂੰ ਮਹਾਰਾਜ ਨੇ ਕਿਹਾ ਹੈ, ਉਸ ਅਕਾਲ ਪੁਰਖ ਦਾ ਜਨ ਨਾਨਕ ਉਹਦੇ ਗੁਣ ਗਾਉਣ ਵਾਲਾ, ਗੁਣ ਗਾਵੇ ਕਰਤੇ ਕੇ ਜੀ। ਜੋ ਕਰਤਾ ਪੁਰਖ ਹੈ ਜਿਹਨੇ ਸੰਸਾਰ ਨੂੰ ਸਾਜਿਆ ਹੈ, ਜੋ ਸਭ ਸੇ ਕਾ ਜਾਨੋਈ, ਜੋ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ, ਜੋ ਸਾਰਿਆਂ ਨੂੰ ਸਮਝਣ ਵਾਲਾ ਹੈ, ਜੋ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ, ਜੋ ਸਾਰਿਆਂ ਦੀਆਂ ਮੰਗਾਂ ਨੂੰ ਦਾਤਾਂ ਦੇਣ ਵਾਲਾ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਹਰ ਸਮੇਂ ਉਸ ਤੇ ਗੁਣ ਗਾਉਂਦਾ ਹਾਂ। ਸਤ ਸੰਗਤ, ਸਤਿਗੁਰੂ ਜੀ ਨੇ ਇਸ ਸ਼ਬਦ ਦੁਆਰਾ ਸਾਨੂੰ ਸੋ ਪੁਰਖ ਦੇ ਨਾਲ ਜੋੜਿਆ ਹੈ, ਉਸ ਅਕਾਲ ਪੁਰਖ ਦੇ ਨਾਲ ਜੋੜਿਆ ਹੈ ਜੋ ਸਾਰੇ ਸੰਸਾਰ ਦੀ ਸੁਪਰੀਮ, ਸਾਰੇ ਬ੍ਰਹਮੰਡ ਦੀ ਪ੍ਰਮੁੱਖ ਹਸਤੀ ਹੈ, ਜਿਸ ਦੇ ਬਰਾਬਰ ਦੀ ਹੋਰ ਕੋਈ ਸ਼ਕਤੀ ਨਹੀਂ, ਔਰ ਜੋ ਸਾਰੇ ਸੰਸਾਰ ਦੇ ਜੀਵਾਂ ਦੀ ਰੱਖਿਆ ਵੀ ਕਰਦਾ ਹੈ, ਸੰਸਾਰ ਨੂੰ ਪੈਦਾ ਵੀ ਕਰਦਾ ਹੈ ਔਰ ਸੰਸਾਰ ਨੂੰ ਖਤਮ ਕਰਨ ਦੀ ਸ਼ਕਤੀ ਵੀ ਰੱਖਦਾ ਹੈ। ਸਤਿਗੁਰੂ ਜੀ ਨੇ ਸਾਨੂੰ ਇਸ ਸ਼ਬਦ ਵਿੱਚ ਇਹ ਉਪਦੇਸ਼ ਦਿੱਤਾ ਹੈ ਕਿ ਅਸੀਂ ਉਸ ਪੁਰਖ, ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਹੈ, ਉਹਨੂੰ ਯਾਦ ਕਰਨਾ ਹੈ, ਉਹਨੂੰ ਧਿਆਉਣਾ ਹੈ, ਕਿਉਂਕਿ ਜਦੋਂ ਅਸੀਂ ਉਹਦੇ ਨਾਲ ਜੁੜ ਜਾਵਾਂਗੇ, ਉਹਦਾ ਸਿਮਰਨ ਕਰਾਂਗੇ, ਸਾਡੇ ਭਾਵ ਵੀ ਕੱਟੇ ਜਾਣਗੇ, ਦੁੱਖ ਵੀ ਕੱਟੇ ਜਾਣਗੇ ਅਤੇ ਸਾਡਾ ਇਹ ਜੀਵਨ ਸੰਸਾਰ ਤੇ ਆਇਆ ਸਫਲ ਹੋ ਜਾਏਗਾ। ਸਤਿਗੁਰੂ ਕਿਰਪਾ ਕਰਨ, ਅਸੀਂ ਉਹਨਾਂ ਦੇ ਸ਼ਬਦ, ਉਹਨਾਂ ਦੇ ਉਪਦੇਸ਼ ਸੁਣ ਕੇ ਉਸ ਸੋ ਪੁਰਖ ਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਸਮਰੱਥਾ ਅਤੇ ਸੋਝੀ ਹਾਸਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।